नहीं तो मोदी सोचता सी जिवें धारा 370 इन्हां ने राते रात रद्द कर दित्ती, उवें ही कोई बोलदा नहीं। बाबरी मस्जिद सी उत्थे मंदिर बना दिता। ये चाहुंदा सी, ये सोचदा सी कि मेरे मूहरे कोई बोल ही नहीं सकदा। संत बाबा जरनैल सिंह जी खालसा जी, संत बाबा करतार सिंह खालसा जी एक वचन क्या करते सी सानू जो जत्थे च पढ़ाउंदे सी कि ਸਿੰਘੋ ਤੁਸੀਂ 5 पाठ जपजी साहब दे करो, हल वाउण वाला किसान एक पाठ कर लवे वो तुहाडे बराबर है, क्योंकि 10 नौं दी किरत करदा है। तो इस करके ਜਿਹੜੇ किसान है एक तरह ਦੇ भगत ਹੁੰਦੇ ਆ। सो किसानी ਦੀ भगती ਦੇ ਸਾਹਮਣੇ ਜਿਹੜਾ ਸੰਘਰਸ਼ ਹੈ ਇਹ ਇਸ ਤਰ੍ਹਾਂ ਜਿਵੇਂ ਸਮਝ ਲਈਏ ਕਿ ਕੁਦਰਤ ਨੇ ਇਹਨਾਂ ਦਾ ਸਾਥ ਦਿੱਤਾ ਤੇ ਬਹੁਤ ਵੱਡਾ ਸੰਘਰਸ਼ ਇਹ ਜਿਹਦੇ ਕਰਕੇ ਅਮਰੀਕਾ ਦੀ ਸਰਕਾਰ, ਬਰਤਾਨੀਆ ਦੀ ਸਰਕਾਰ, ਕੈਨੇਡਾ ਦੀ ਸਰਕਾਰ, यूएनओ ਦੀ ਸੰਸਥਾ ਨੇ ਹਾਂ ਦੇ ਨਾਰੇ ਮਾਰੇ। पूरे संसार ਦੇ ਵਿੱਚ ਜਦੋਂ ਵੀ ਕਿਤੇ ਵਿਪਤਾ ਬਣਦੀ ਹੈ ਸਿੱਖ ਕੌਮ ਸਭ ਤੋਂ ਅੱਗੇ ਹੁੰਦੀ ਹੈ ਲੋਕਾਈ ਦੀ ਮਦਦ ਕਰਨ ਦੇ ਵਿੱਚ। ਜੇ ਕਿਤੇ ਹੜ੍ਹ ਆਉਂਦੇ ਨੇ ਉੱਥੇ ਅੱਗੇ ਹੁੰਦੇ ਨੇ, ਜੇ ਕਿਤੇ ਜੰਗਨੁਮਾ ਮਾਹੌਲ ਹੁੰਦਾ ਹੈ ਉੱਥੇ ਜਾ ਕੇ ਸਿੰਘ ਸਰਦਾਰ ਉਹਨਾਂ ਦੀ ਮਦਦ ਕਰਨ ਦੇ ਲਈ ਅੱਗੇ ਆਉਂਦੇ ਨੇ। ਅੱਜ ਦਿੱਲੀ ਦੇ ਵਿੱਚ ਸਿੱਖ ਅੰਦੋਲਨ ਚੱਲ ਰਿਹਾ ਹੈ, ਲਗਭਗ 20 ਦਿਨ ਤੋਂ ਉੱਪਰ ਹੋ ਗਏ ਨੇ ਪਿਛਲੇ ਸਮੇਂ ਤੋਂ, ਔਰ ਬੇਅੰਤੀ ਸਿੱਖ ਸੰਗਤਾਂ ਕਿਸਾਨਾਂ ਦੀ ਮਦਦ ਦੇ ਲਈ ਪਿੱਛੇ ਆ ਰਹੀਆਂ ਨੇ। ਅਨੇਕਾਂ ਸਿੱਖ ਜਥੇਬੰਦੀਆਂ, ਅਨੇਕਾਂ ਹੀ ਕਿਸਾਨ ਜਥੇਬੰਦੀਆਂ ਜੋ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਕੋਈ ਲੰਗਰ ਲਾ ਕੇ ਬੈਠਾ ਹੈ, ਕੋਈ ਚਾਹ ਦਾ ਲੰਗਰ ਲਾ ਕੇ ਬੈਠਾ ਹੈ, ਕੋਈ ਦਵਾਈਆਂ ਦਾ ਲੰਗਰ ਲਾ ਕੇ ਬੈਠਾ ਹੈ, ਔਰ ਇੱਥੋਂ ਤੱਕ ਕਿਸੇ ਨੇ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ। ਇੰਟਰਨੈਸ਼ਨਲ ਪੰਥਕ ਦਲ ਦੇ ਵਿੱਚੋਂ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ ਉਹਨਾਂ ਦੇ ਵੱਲੋਂ ਔਰ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਇੱਥੇ ਜੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ, ਜਿਸ ਦੇ ਵਿੱਚ ਮੈਡੀਕਲ ਦਾ ਪ੍ਰਬੰਧ ਹੈ, ਰਿਹਾਇਸ਼ ਦਾ ਪ੍ਰਬੰਧ ਹੈ, ਸਵੇਰੇ ਸ਼ਾਮ ਇੱਥੇ ਲੰਗਰ ਵੀ ਚੱਲਦਾ ਹੈ। ਉਹ ਆਪਾਂ ਗੱਲਬਾਤ ਕਰਾਂਗੇ। ਭਾਈ ਸਾਹਿਬ ਮੇਰੇ ਨਾਲ ਮੌਜੂਦ ਹੈ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੁਸੀਂ ਸਾਨੂੰ ਦੱਸੋ ਕਿ ਇੱਥੇ ਜੋ ਪ੍ਰਬੰਧ ਹੈ ਇੰਟਰਨੈਸ਼ਨਲ ਪੰਥਕ ਦਲ ਦੇ ਵੱਲੋਂ ਕਿਸਾਨ ਸੰਘਰਸ਼ ਕਮੇਟੀਆਂ ਦੇ ਲਈ ਜਾਂ ਕਿਸਾਨਾਂ ਦੇ ਲਈ ਕਿਹੜੇ ਪ੍ਰਬੰਧ ਕੀਤੇ ਗਏ ਨੇ ਇੱਥੇ? ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਦੀਆਂ ਗੁਰੂ ਕੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ਼ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਉਂ ਵੀ ਇਹ ਸਾਡਾ ਮੋਰਚਾ ਪ੍ਰਾਰੰਭ ਹੋਇਆ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਸਰਪ੍ਰਸਤ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਤੀਜੇ ਮਰਦੇ ਮੁਜਾਹਿਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜੋ ਉਹਨਾਂ ਵੱਲੋਂ ਬੜੇ ਵੱਡੇ ਪੱਧਰ ਤੇ ਇਹ ਪ੍ਰਬੰਧ ਕੀਤੇ ਗਏ ਨੇ, ਜਿਨ੍ਹਾਂ ਵਿੱਚ 200 ਤੋਂ ਲੈ ਕੇ 250 ਸਿੰਘਾਂ ਦੇ ਪੈਣ ਵਾਸਤੇ, ਬਜ਼ੁਰਗਾਂ ਦੇ, ਨੌਜਵਾਨਾਂ ਦੇ ਪੈਣ ਵਾਸਤੇ, ਰਾਤ ਕੱਟਣ ਵਾਸਤੇ ਰੈਣ ਬਸੇਰਾ ਇਹ ਤਿਆਰ ਕੀਤੇ ਗਏ ਨੇ। ਜਿਹੜੇ ਬਹੁਤ ਇਹ ਕੈਂਪ ਲੱਗਾ ਹੋਇਆ ਇੱਥੇ ਨਾਲ ਦਵਾਈਆਂ ਦਾ, ਜਿਹਦੇ ਵਿੱਚ ਐਲੋਪੈਥੀ, ਹੋਮਿਓਪੈਥਿਕ, ਆਯੁਰਵੈਦਿਕ, ਇਹ ਸਿੰਘ ਸਮਝ ਦੀ ਦੂਰ ਅੰਦੇਸ਼ੀ ਜਿਹੜੀ ਇਹਦੇ ਵਿੱਚ ਬਹੁਤ ਵੱਡੀ ਹੈ ਕਿ ਕੋਈ ਮੈਡੀਸਨ ਐਲੋਪੈਥੀ ਖਾਂਦਾ ਹੈ, ਕੋਈ ਮੈਡੀਸਨ ਆਯੁਰਵੈਦਿਕ ਲੈਂਦਾ ਹੈ, ਕੋਈ ਹੋਮਿਓਪੈਥਿਕ ਲੈਂਦਾ ਹੈ। ਇਹ ਤਿੰਨੇ ਜਿਹੜੇ ਇਹ ਕੈਂਪ ਇੱਥੇ ਲੱਗੇ ਨੇ, ਕੈਪੀਟਲ ਹਸਪੀਟਲ ਜਲੰਧਰ ਵੱਲੋਂ ਵੀ ਟੀਮਾਂ ਆਈਆਂ ਨੇ, ਹੋਰ ਸਿੰਘ ਸਮਝ ਦੇ ਪਿਆਰ ਵਾਲੇ ਲੁਧਿਆਣੇ ਤੋਂ ਇਹ ਡਾਕਟਰ ਸਾਹਿਬਾਨ ਪਹੁੰਚੇ ਹੈ। ਇਹ ਬਹੁਤ ਵੱਡੇ ਮੈਡੀਕਲ ਇੱਕ ਇੱਥੇ ਲੱਗਾ ਹੋਇਆ ਹੈ, ਇੱਕ ਰਸੋਈ ਢਾਬੇ ਤੇ ਜਿਹੜਾ ਜੀਟੀ ਰੋਡ ਤੇ ਉੱਥੇ ਵੀ ਲੱਗਾ ਹੋਇਆ ਹੈ, ਤੇ ਨਾਲ ਇਹ ਗੁਰੂ ਕੇ ਲੰਗਰ ਚੱਲ ਰਹੇ ਨੇ ਦਿਨ ਰਾਤ 24 ਘੰਟੇ। ਸਵੇਰੇ ਪੂੜੀਆਂ ਛੋਲੇ ਦਾ ਲੰਗਰ, ਦੁਪਹਿਰੇ ਪਕੌੜੇ ਬ੍ਰੈਡ ਲੰਗਰ, ਸ਼ਾਮ ਨੂੰ ਜਿਹੜਾ ਲੰਗਰ ਪ੍ਰਸ਼ਾਦਾ ਇੱਥੇ ਤਿਆਰ ਹੁੰਦਾ। ਇਹ ਜੋ ਸਾਰਾ ਇੰਟਰਨੈਸ਼ਨਲ ਪੰਥਕ ਦਲ ਦੇ ਵੱਲੋਂ ਕੀਤਾ ਜਾ ਰਿਹਾ ਜਾਂ ਕੋਈ ਹੋਰ ਵੀ ਕਿਸੇ ਵੱਲੋਂ ਕੋਈ ਸਹਿਯੋਗ? ਨਹੀਂ, ਇਹ ਬਿਲਕੁਲ ਗੁਰੂ ਕੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਿਰਫ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਉਹਨਾਂ ਦੇ ਸਰਪ੍ਰਸਤ, ਇਹ ਸਿਰਫ ਉਹਨਾਂ ਵੱਲੋਂ, ਹੋਰ ਸੰਤ ਮਹਾਤਮਾ ਨਾਲ ਸਹਿਯੋਗ ਦੇ ਰਹੇ ਨੇ, ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਦੇ ਰਹੀਆਂ ਨੇ, ਪਰ ਜਿਹੜਾ ਉਦਮ ਉਪਰਾਲਾ ਕੀਤਾ ਗਿਆ ਹੈ ਇਹ ਸਿੰਘ ਸਾਹਿਬ ਜੀ ਵੱਲੋਂ, ਇਕੱਲਿਆਂ ਵੱਲੋਂ ਇਹ ਸਾਰਾ ਕੁਝ ਪ੍ਰਬੰਧ ਕੀਤਾ ਗਿਆ। ਬਹੁਤ ਤੁਹਾਡਾ ਧੰਨਵਾਦ ਜੀ। ਆਪਾਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਇੱਧਰਲੀ ਸਾਈਡ ਤੇ ਜੋ ਮੈਡੀਕਲ ਕੈਂਪ ਲੱਗਾ ਹੋਇਆ ਹੈ, ਔਰ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਰਿਹਾਇਸ਼ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ,
ਔਰ ਬਹੁਤ ਸਾਰੇ ਜੋ ਇਸ ਇਲਾਕੇ ਦੇ ਵਿੱਚ ਨੇੜੇ ਤੇੜੇ ਸਿੱਖ ਸੰਗਤ ਰਹਿ ਰਹੀ ਹੈ ਜਾਂ ਕਿਸਾਨ ਰਹਿ ਰਹੇ ਨੇ, ਉਹ ਇਸ ਗੱਲ ਦਾ ਜੋ ਫਾਇਦਾ ਉਠਾ ਰਹੇ ਨੇ ਕਿ ਇੱਥੇ ਜੋ ਮੈਡੀਕਲ ਕੈਂਪ ਲੱਗਾ ਹੈ ਉਸ ਮੈਡੀਕਲ ਕੈਂਪ ਦੇ ਵਿੱਚੋਂ ਉਹ ਦਵਾਈਆਂ ਵੀ ਲੈ ਕੇ ਜਾਂਦੇ ਨੇ। ਜਿਵੇਂ ਤੁਹਾਨੂੰ ਦਿਖਾਇਆ ਕਿ ਇੰਟਰਨੈਸ਼ਨਲ ਪੰਥਕ ਦਲ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਨੇ, ਮੈਡੀਕਲ ਕੈਂਪ ਲਗਾਏ ਗਏ ਨੇ, ਕਿਸਾਨਾਂ ਦੇ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਨਾਲ ਦੀ ਨਾਲ ਜੋ ਲੰਗਰ ਦਾ ਪ੍ਰਬੰਧ ਵੀ ਇੰਟਰਨੈਸ਼ਨਲ ਪੰਥਕ ਦਲ ਦੇ ਵੱਲੋਂ ਕੀਤਾ ਗਿਆ ਹੈ। ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ ਇੱਥੇ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਕਿੰਨੇ ਦਿਨਾਂ ਤੋਂ ਜੋ ਇੱਥੇ ਜਿਹੜਾ ਪ੍ਰਬੰਧ ਕੀਤਾ ਹੋਇਆ ਹੈ ਤੁਹਾਡੇ ਵੱਲੋਂ, ਜਿਵੇਂ ਲੰਗਰ ਦਾ ਪ੍ਰਬੰਧ ਹੈ, ਮੈਡੀਕਲ ਸਹੂਲਤ ਦਾ ਪ੍ਰਬੰਧ ਹੈ, ਕਿੰਨੇ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ? ਇਹ ਅਸੀਂ 2 ਤਰੀਕ ਤੋਂ ਆ ਗਏ ਸੀ, 3 ਤਰੀਕ ਤੋਂ ਅੱਜ 16ਵਾਂ ਦਿਨ ਹੈ ਸਾਨੂੰ ਇੱਥੇ। 16 ਦਿਨਾਂ ਤੋਂ ਅਸੀਂ ਇਹ ਸਾਰੇ ਪ੍ਰਬੰਧ ਕਰਕੇ ਅਸੀਂ ਡਟੇ ਹੋਏ ਹਾਂ। ਜਦੋਂ ਵੇਖਿਆ ਕਿ ਜਦੋਂ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਉੱਪਰ ਟੀਅਰ ਗੈਸ ਛੱਡੀ, ਅਥਰੂ ਗੈਸ ਦੇ ਗੋਲੇ ਦਾਗੇ, ਲਾਠੀਚਾਰਜ ਕੀਤਾ, ਉਦੋਂ ਤੋਂ ਹੀ ਸੋਚਿਆ ਸੀ ਕਿ ਬਹੁਤ ਸਾਰੇ ਸਿੰਘ ਜ਼ਖਮੀ ਹੋ ਗਏ ਹੋਣੇ ਕਿੰਨਾਂ ਦੇ ਅੱਖਾਂ ਦੇ ਵਿੱਚ, ਕਿਉਂਕਿ ਬਾਅਦ 'ਚ ਪਤਾ ਲੱਗਾ ਕਿ ਉਹ ਜੀ ਟੀਅਰ ਗੈਸ ਛੱਡੀ ਉਹਦੀ ਡੇਟ ਵੀ ਐਕਸਪਾਇਰ ਹੋਈ ਵੀ ਸੀ। ਤੋਂ ਅਸੀਂ ਤੁਰੰਤ ਹੀ ਇਹ ਫੈਸਲਾ ਕਰਕੇ ਵੀ ਸਾਨੂੰ ਉੱਥੇ ਮੈਡੀਕਲ ਕੈਂਪ ਲਾਉਣਾ ਚਾਹੀਦਾ। ਫਿਰ ਸਿੰਘਾਂ ਨੇ ਕਿਹਾ ਵੀ ਲੰਗਰ ਵੀ ਲਾਈਏ, ਲੰਗਰ ਦਾ ਨਾਲ ਇੰਤਜ਼ਾਮ ਕਰ ਲਿਆ। 200 ਬਿਸਤਰੇ ਦਾ ਵੀ ਅਸੀਂ ਇੱਥੇ ਰਾਤ ਨੂੰ ਕਿਸੇ ਸਿੰਘ ਨੂੰ ਕੋਈ ਰਹਿਣ ਵਾਸਤੇ ਕੋਈ ਤੰਗੀ ਆਉਂਦੀ ਹੈ ਤੇ ਖੁੱਲ੍ਹਾ ਹੀ ਆ, ਕੋਈ ਵੀ ਆ ਸਕਦਾ ਇੱਥੇ ਰਹਿ ਸਕਦਾ। ਅਸੀਂ 2 ਤਰੀਕ ਤੋਂ ਲੈ ਕੇ ਹੁਣ ਤੱਕ ਇਹ ਸਾਰੇ ਪ੍ਰਬੰਧ ਇੰਟਰਨੈਸ਼ਨਲ ਪੰਥਕ ਦਲ ਦੇ ਸਹਿਯੋਗ ਨਾਲ ਸਾਰੀ ਪੰਜਾਬ ਦੀ ਇਕਾਈ ਜਿੱਥੇ ਡਟੀ ਹੋਈ ਸੇਵਾ ਦੇ ਵਿੱਚ ਇਹ ਅਸੀਂ ਸਾਰੇ ਪ੍ਰਬੰਧ ਉਹ ਤੋਂ ਲੈ ਕੇ ਲਗਾਤਾਰ ਚੱਲਦੇ ਨੇ। ਔਰ ਜਦੋਂ ਤੱਕ ਕਿਸਾਨਾਂ ਦਾ ਮੋਰਚਾ ਜਾਰੀ ਰਹੇਗਾ, ਜਦੋਂ ਤੱਕ ਕਿਸੇ ਦੀ ਸਫਲਤਾ ਨਹੀਂ ਮਿਲਦੀ, ਉਦੋਂ ਤੱਕ ਇਹ ਜਾਰੀ ਰਹੇਗੀ। ਸਾਡੀਆਂ ਸਾਰੀਆਂ ਸੇਵਾਵਾਂ ਜਾਰੀ ਨਿਰੰਤਰ ਚੱਲਦੀਆਂ ਰਹਿਣਗੀਆਂ। ਗੱਲ ਇੱਕ ਹੋਰ ਵੀ ਹੈ, ਤੁਸੀਂ ਸੰਘਰਸ਼ਾਂ ਦੇ ਵਿੱਚ ਹੀ ਰਹੇ ਸ਼ੁਰੂ ਤੋਂ। ਪਹਿਲੇ ਸੰਘਰਸ਼ ਔਰ ਇਸ ਸੰਘਰਸ਼ ਦੇ ਵਿੱਚ ਕੀ ਅੰਤਰ ਸਮਝਦੇ ਹੋ? ਦੇਖੋ, ਇਹ ਇੱਕ ਸਮੁੱਚੇ ਰੂਪ ਵਿੱਚ ਜਿਹੜੇ ਖੇਤੀ ਦੇ ਸੰਬੰਧ ਵਿੱਚ ਭਾਰਤ ਸਰਕਾਰ ਨੇ ਕਾਨੂੰਨ ਬਣਾਇਆ, ਬਿੱਲ ਲਿਆਂਦੇ, ਕਿਉਂਕਿ ਬਹੁਮਤ ਸੀ ਮੋਦੀ ਸਰਕਾਰ ਕੋਲ, ਉਹਨੇ ਤੁਰੰਤ ਹੀ ਬਿਨਾਂ ਹੀ ਕੋਈ ਬਹਿਸ ਕੀਤਿਆਂ, ਬਿਨਾਂ ਹੀ ਕੋਈ ਉਸ ਦੀ ਚਰਚਾ ਕੀਤਿਆਂ ਬਿੱਲ ਪਾਸ ਕਰ ਦਿੱਤੇ, ਉਹਨੂੰ ਕਾਨੂੰਨ ਬਣਾ ਦਿੱਤਾ। ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਇਹ ਬੜੀਆਂ ਸਿਆਣੀਆਂ ਹੰਡੀਆਂ ਵਰਤੀਆਂ, ਤਜਰਬੇਕਾਰ ਸੀ। ਇਹਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਕਾਲੇ ਕਾਨੂੰਨ ਬਣਾਏ ਆ ਇਹ ਕਿਸਾਨੀ ਦੇ ਲਈ ਬਹੁਤ ਘਾਤਕ ਹੈ। ਇਸ ਵਾਸਤੇ ਤੁਰੰਤ ਹੀ ਜਥੇਬੰਦੀਆਂ ਇਕੱਤਰ ਹੋਈਆਂ, ਉਹਨੇ ਫੈਸਲਾ ਲਿਆ, ਉਹਨੇ ਵਿਰੋਧ ਜਾਰੀ ਕਰ ਦਿੱਤਾ। ਪੰਜਾਬ ਦੇ ਵਿੱਚ 2.5 ਮਹੀਨੇ ਤੱਕ ਬੜਾ ਜ਼ਬਰਦਸਤ ਵਿਰੋਧ ਕੀਤਾ, ਪਰ ਭਾਰਤ ਸਰਕਾਰ ਦੀ ਕੰਨ 'ਤੇ ਜੂੰ ਨਹੀਂ ਸਰਕੀ। ਫਿਰ ਇਹਨਾਂ ਨੇ ਫੈਸਲਾ ਬਦਲਿਆ ਕਿ ਆਪਾਂ ਜਾ ਕੇ ਦਿੱਲੀ ਨੂੰ 4 ਸਵੇਰੋਂ ਘੇਰੀਏ। ਜਿਹੜਾ ਤੁਸੀਂ ਪੁੱਛਿਆ ਕਿ ਦੂਸਰੇ ਸੰਘਰਸ਼ਾਂ ਨਾਲੋਂ ਇਹਦਾ ਅੰਤਰ ਕੀ ਹੈ, ਕਿਉਂਕਿ ਕਿਸਾਨ ਸਾਰੇ ਭਾਰਤ ਵਿੱਚ ਰਹਿੰਦੇ ਆ ਅਤੇ ਸਾਰੇ ਭਾਰਤ ਦੇ ਕਿਸਾਨ ਹੀ ਦੁਖੀ ਹੈ। ਕਿਸਾਨੀ ਦੇ ਉੱਪਰ, ਫਸਲਾਂ ਦੇ ਉੱਪਰ ਖਰਚਾ ਜ਼ਿਆਦਾ ਹੁੰਦਾ ਹੈ, ਆਮਦਨ ਘੱਟ ਹੁੰਦੀ ਹੈ। ਸਰਕਾਰ ਇਹਦੇ ਵੱਲ ਧਿਆਨ ਨਹੀਂ ਦਿੰਦੀ। ਕਈ ਵਾਰ ਕਮਿਸ਼ਨ ਬਣੇ, ਸਵਾਮੀਨਾਥਨ ਕਮਿਸ਼ਨ ਬਣਿਆ, ਪਰ ਉਹਦੀ ਕੋਈ ਰਿਪੋਰਟ ਲਾਗੂ ਨਹੀਂ ਕੀਤੀ ਇਹਨਾਂ ਨੇ। ਸੋ ਇਸ ਕਰਕੇ ਜਦੋਂ ਪੰਜਾਬ ਦੇ ਵਿੱਚੋਂ ਇਹ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਤੁਰਨ ਲੱਗੀਆਂ ਅਤੇ ਹਰਿਆਣਾ ਸਰਕਾਰ, ਕਿਉਂਕਿ ਭਾਜਪਾ ਦੀ ਸਰਕਾਰ ਸੀ, ਮੋਦੀ ਦੇ ਕਹਿਣ 'ਤੇ CM ਖੱਟੜ ਨੇ ਬਹੁਤ ਮਾੜਾ ਸਲੂਕ ਕੀਤਾ ਕਿਸਾਨਾਂ ਦੇ ਨਾਲ, ਜਿਹਦੇ ਨਾਲ ਜਿਹੜੇ ਹਰਿਆਣੇ ਦੇ ਕਿਸਾਨ ਸੀ ਉਹਨਾਂ ਦੇ ਵੀ ਦਿਲ ਟੁੰਬੇ ਗਏ ਵੀ ਇੱਕ ਪਾਸੇ ਤਾਂ ਪੰਜਾਬ ਦਾ ਕਿਸਾਨ ਭਾਰਤ ਦੀ ਕਿਸਾਨੀ ਦੀ ਗੱਲ ਕਰ ਰਿਹਾ, ਦੂਸਰੇ ਪਾਸੇ ਸਾਡਾ ਹੀ ਜਿਹੜਾ ਮੁੱਖ ਮੰਤਰੀ ਹੈ ਇਹਨਾਂ 'ਤੇ ਅਥਰੂ ਗੈਸ ਅਤੇ ਹੋਰ ਤਰ੍ਹਾਂ ਦਾ ਇਹਨਾਂ ਨਾਲ ਵਿਵਹਾਰ ਕਰ ਰਿਹਾ। ਵੱਡੀਆਂ ਵੱਡੀਆਂ ਰੁਕਾਵਟਾਂ ਖੜੀਆਂ ਕੀਤੀਆਂ, ਖੱਡੇ ਪੱਟ ਦਿੱਤੇ ਗਏ ਸੜਕਾਂ ਦੇ ਵਿੱਚ। ਪਰ ਇੱਕ ਗੱਲ ਨੌਜਵਾਨਾਂ ਨੇ ਸਾਫ਼ ਕਰ ਦਿੱਤੀ, ਬੜੀ ਟੇਢੇ ਢੰਗ ਦੇ ਨਾਲ ਪ੍ਰਚਾਰਿਆ ਗਿਆ ਸੀ ਕਿ ਪੰਜਾਬ ਦੀ ਜਿਹੜੀ ਕਿਸਾਨੀ ਹੈ, ਪੰਜਾਬ ਦੀ ਜਵਾਨੀ ਹੈ, ਉਹ ਨਸ਼ਈ ਹੋ ਚੁੱਕੇ ਆ। ਇੰਨੇ ਭੈੜੇ ਲਫ਼ਜ਼ ਵੀ ਵਰਤੇ ਗਏ ਵੀ ਨਪੁੰਸਕ ਹੋ ਚੁੱਕੇ ਨੇ। ਜਿਹੜੇ ਇਹ ਦਿਨੋਂ ਦਿਨ ਜਿਹੜੀ ਹੈ ਜਵਾਨੀ ਹੈ, ਪੰਜਾਬ ਖਾਲੀ ਹੋ ਗਿਆ। ਪੰਜਾਬ ਦੇ ਵਿੱਚੋਂ ਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਜਾ ਵਸੇ ਨੇ। ਪਰ ਜਦੋਂ ਇੱਕਦਮ ਇਹ ਸੰਘਰਸ਼ ਦੇ ਵਿੱਚ ਬਲ ਦਿੱਤਾ ਤੇ ਨੌਜਵਾਨਾਂ ਨੇ ਦਿੱਤਾ, ਵੱਡੀਆਂ ਵੱਡੀਆਂ ਰੁਕਾਵਟਾਂ, ਵੱਡੇ ਵੱਡੇ ਪੱਥਰ ਪਹਾੜਾਂ ਵਰਗੇ ਰੋੜ ਕੇ ਪਾਸੇ ਕਰ ਦਿੱਤੇ, ਵੱਡੇ ਵੱਡੇ ਬੈਰੀਕੇਡ ਚੱਕ ਕੇ ਨਹਿਰ 'ਚ ਸੁੱਟ ਦਿੱਤੇ, ਤੁਰੰਤ ਹੀ ਵੱਡੇ ਵੱਡੇ ਖੱਡੇ ਪੂਰ ਕੇ। ਸੋ ਉਹ ਦਿੱਲੀ ਪਹੁੰਚ ਗਏ। ਜੋ ਦਿੱਲੀ ਪਹੁੰਚੇ, ਇੱਥੇ ਆ ਕੇ ਉਹਨਾਂ ਨੇ ਇਹ ਬਿਆਨ ਦਿੱਤੇ ਕਿ ਸਾਡੇ ਨਾਲ ਸਾਰੇ ਭਾਰਤ ਦੇ ਕਿਸਾਨ ਨਾਲ ਨੇ। ਤੇ ਖੱਟੜ ਨੇ ਇੱਕ ਬਿਆਨ ਦਿੱਤਾ, ਹਰਿਆਣੇ ਦੇ ਮੁੱਖ ਮੰਤਰੀ ਨੇ, ਕਿ ਹਰਿਆਣੇ ਦੇ ਕਿਸਾਨਾਂ ਦਾ ਇਹ ਸੰਘਰਸ਼ ਨਾਲ ਕੋਈ ਵਾਹ ਵਾਸਤਾ ਨਹੀਂ।
ਤੇ ਇਹਦੇ ਨਾਲ ਹੋਰ ਵੀ ਗੁੱਸਾ ਭੜਕਿਆ ਕਿਸਾਨਾਂ ਦੇ ਵਿੱਚ, ਹਰਿਆਣੇ ਦੇ ਕਿਸਾਨਾਂ 'ਚ। ਹਰਿਆਣੇ ਦੇ ਨੌਜਵਾਨ ਇੰਨੀ ਵੱਡੀ ਪੱਧਰ ਤੇ ਆਪਣੇ ਸਿਰਾਂ ਤੇ ਦੁੱਧ ਚੁੱਕ ਕੇ, ਫਲ ਫਰੂਟ ਲੈ ਕੇ, ਹੋਰ ਖਾਣ ਪੀਣ ਦੇ ਪਦਾਰਥ ਲੈ ਕੇ ਇੱਥੇ ਪਹੁੰਚੇ ਔਰ ਇੱਥੇ ਆ ਕੇ ਉਹਨੇ ਪ੍ਰੈਸ ਕਾਨਫਰੰਸ ਕੀਤੀ ਕਿ ਖੱਟੜ ਬਿਲਕੁਲ ਝੂਠ ਬੋਲ ਰਿਹਾ ਹੈ, ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਾਂ। ਹੌਲੀ ਹੌਲੀ ਜਦੋਂ ਇਹ ਮੀਡੀਆ ਦੇ ਰਾਹੀਂ ਗੱਲ ਸਾਰੇ ਭਾਰਤ ਵਿੱਚ ਪਹੁੰਚੀ ਤੇ ਫਿਰ ਪੂਰੇ ਭਾਰਤ ਵਿੱਚੋਂ, ਮੱਧ ਪ੍ਰਦੇਸ਼ ਚੋਂ ਵੀ, ਉੱਤਰ ਪ੍ਰਦੇਸ਼ ਚੋਂ ਵੀ, ਸੋ ਇਸੇ ਤਰ੍ਹਾਂ ਜਿਹੜਾ ਮੋਦੀ ਦਾ ਇਲਾਕਾ ਹੈ ਗੁਜਰਾਤ ਵਿੱਚੋਂ ਵੀ ਬਹੁਤ ਵੱਡੀ ਪੱਧਰ ਤੇ ਤੁਸੀਂ ਵੇਖਦੇ ਆ ਹੁਣ ਇਹ 14-15 ਕਿਲੋਮੀਟਰ ਦੇ ਵਿੱਚ ਵੱਡਾ ਜਿਹੜਾ ਕਿਸਾਨਾਂ ਦਾ ਜਾਮ ਲੱਗਾ ਹੋਇਆ ਹੈ। ਸੇ ਦੂਸਰੇ ਸੰਘਰਸ਼ਾਂ ਨਾਲੋਂ ਇਹਦਾ ਫਰਕ ਇਹ ਹੈ ਕਿ ਇਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਕਿਸਾਨ ਹੈ, ਉਹ 'ਚ ਭਾਵੇਂ ਮੁਸਲਮਾਨ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਈਸਾਈ ਹੈ। ਇਹ ਮੁੱਦਾ ਇੱਕ ਲੈ ਲਿਆ ਵੀ ਕਿਸਾਨ ਕਿਸਾਨ ਹੈ। ਕਿਸਾਨਾਂ ਦੀਆਂ ਜੋ ਮੁਸ਼ਕਲਾਂ ਹੈ ਉਸ ਨੂੰ ਇਹਨਾਂ ਨੇ ਟਾਰਗੇਟ ਬਣਾ ਕੇ ਮੋਦੀ ਸਰਕਾਰ ਨੂੰ ਸਿੱਧਾ ਕਿਹਾ ਹੈ ਕਿ ਜਿਹੜੇ ਬਿੱਲ ਹੈ ਸਾਡੇ ਲਈ ਹੋਰ ਵੀ, ਤੂੰ ਇੱਕ ਜਿਹੜੇ ਖਾਸ ਕਿਸਮ ਦੇ ਅਮੀਰ ਲੋਕ ਹੈ, ਅਬਾਨੀ ਵਰਗੇ, ਅਡਾਨੀ ਵਰਗੇ, ਉਹਨਾਂ ਘਰਾਣਿਆਂ ਨੂੰ ਲਿਆ ਕੇ ਤੂੰ ਹੋਰ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੇ ਜੋ ਹਾਲਾਤ ਸੀ ਇੱਥੇ ਕਿ ਜਿਵੇਂ 2, 4, 5, 10 ਬੰਦੇ ਅਮੀਰ ਸੀ, ਬਾਕੀ ਜਿੰਨੇ ਭਾਵਾਂ ਕੋਈ ਖੇਤੀਕਾਰ ਸੀ ਜਾਂ ਕੋਈ ਕਾਸ਼ਤਕਾਰ ਸੀ ਜਾਂ ਕੋਈ ਵਪਾਰੀ ਸੀ, ਉਹਨਾਂ ਦੇ ਮੂੰਹ ਵੱਲ ਵੇਖਦਾ ਸੀ। ਇਹ ਉਹੋ ਜਿਹੇ ਹਾਲਾਤ ਪੈਦਾ ਕਰਨੇ ਚਾਹੁੰਦੇ ਆ ਕਿ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਉਹ ਠੇਕੇ ਤੇ ਲੈ ਲਈਆਂ ਜਾਣ, ਕਿਸਾਨਾਂ ਨੂੰ ਮਜ਼ਦੂਰ ਲਾ ਲਿਆ ਜਾਵੇ ਵਿੱਚ ਤੇ ਆਪਣੀ ਮਰਜ਼ੀ ਨਾਲ ਮੁੜ ਕੇ ਰੇਟ ਦਿੱਤੇ ਜਾਣ। ਇਹਦੀ ਮਿਸਾਲ ਹੈ ਇੱਕ, ਜਿਵੇਂ ਜੀਓ ਸਿਮ ਪਹਿਲਾਂ ਇਹਨਾਂ ਨੇ ਜੀਓ ਟੈਲੀਫੋਨ ਕੱਢਿਆ, ਮੁਫਤ ਕਰ ਦਿੱਤਾ ਵੀ ਇਹਦਾ ਸਿਮ ਵੀ ਮੁਫਤ ਤੇ ਇਹਦਾ ਕੋਈ ਚਾਰਜ ਵੀ ਨਹੀਂ ਹੋਏਗਾ। ਪਰ 2-3 ਮਹੀਨੇ ਲੰਘੇ ਫਿਰ ਦੂਸਰੇ ਨਾਲੋਂ ਮਹਿੰਗਾ ਕਰ ਦਿੱਤਾ ਜਦੋਂ ਇਹਦਾ ਸਾਰਾ ਨੈਟਵਰਕ ਬਹੁਤ ਫੈਲ ਗਿਆ। ਇਸੇ ਤਰ੍ਹਾਂ ਹੀ ਕਰਨਾ ਚਾਹੁੰਦੇ ਇਹ। ਸੋ ਪਰ ਪੰਜਾਬ ਦਾ ਕਿਸਾਨ ਬੜਾ ਸਿਆਣਾ ਹੈ, ਉਹਨਾਂ ਨੇ ਸਾਰਾ ਕੁਝ ਦੇਖਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਭਾਰਤ ਇੱਕ ਡੈਮੋਕ੍ਰੈਟਿਕ ਦੇਸ਼ ਹੈ, ਲੋਕ ਰਾਜ ਦਾ ਅਰਥ ਕੀ ਹੁੰਦਾ ਹੈ? ਲੋਕਾਂ ਦੀ ਰਾਏ ਦਾ ਰਾਜ ਹੈ। ਜਿਹੜੇ ਬਿੱਲ ਤੁਸੀਂ ਲਿਆਂਦੇ ਆ ਲੋਕ ਉਹਨੂੰ ਨਹੀਂ ਪਸੰਦ ਕਰਦੇ, ਜਿਨ੍ਹਾਂ ਦੀ ਖਾਤਰ ਲਿਆਂਦੇ ਕਿਸਾਨ ਉਹਨੂੰ ਪਸੰਦ ਨਹੀਂ ਕਰਦੇ, ਇਸ ਕਰਕੇ ਤੁਹਾਨੂੰ ਇਹ ਰੱਦ ਕਰ ਦੇਣੇ ਚਾਹੀਦੇ ਆ। ਪਰ ਜਿੱਡੀ ਵੱਡੀ ਪੱਧਰ ਤੇ ਇਸ ਸੰਘਰਸ਼ ਨੂੰ ਸਪੋਰਟ ਮਿਲੀ ਹੈ, ਸੰਘਰਸ਼ ਜਲਦੀ ਕਾਮਯਾਬ ਹੋਇਆ ਹੈ, ਇੰਨੀ ਨਾ ਤੇ ਮੈਂ ਕਹਿੰਦਾ ਸ਼ਾਇਦ ਕਿਸਾਨਾਂ ਨੂੰ ਵੀ ਨਹੀਂ ਆਸ ਸੀ, ਗੌਰਮੈਂਟ ਨੂੰ ਤਾਂ ਕੀ ਹੋਣੀ ਹੈ। ਪਰ ਮੈਂ ਸਮਝਦਾ ਹਾਂ ਕਿ ਇਹ ਗੁਰੂ ਮਹਾਰਾਜ ਦਾ ਆਪਣਾ ਵਰਤਾਰਾ ਹੈ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਕਿਉਂਕਿ ਕਿਸਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਇੱਕ ਵਚਨ ਕਿਹਾ ਕਰਦੇ ਸੀ ਸਾਨੂੰ ਜਦੋਂ ਜੱਥੇ 'ਚ ਪੜ੍ਹਾਉਂਦੇ ਸੀ ਕਿ ਸਿੰਘੋ ਤੁਸੀਂ 5 ਪਾਠ ਜਪਜੀ ਸਾਹਿਬ ਦੇ ਕਰੋ, ਹਲ ਵਾਹੁਣ ਵਾਲਾ ਕਿਸਾਨ ਇੱਕ ਪਾਠ ਕਰ ਲਵੇ ਉਹ ਤੁਹਾਡੇ ਬਰਾਬਰ ਹੈ, ਕਿਉਂਕਿ ਉਹ ਦਸਾਂ ਨਹੁੰ ਦੀ ਕਿਰਤ ਕਰਦਾ ਹੈ। ਤੇ ਇਸ ਕਰਕੇ ਜਿਹੜੇ ਕਿਸਾਨ ਹੈ ਇੱਕ ਤਰ੍ਹਾਂ ਦੇ ਭਗਤ ਹੁੰਦੇ ਆ। ਸੋ ਕਿਸਾਨੀ ਦੀ ਭਗਤੀ ਦੇ ਸਾਹਮਣੇ ਜਿਹੜਾ ਸੰਘਰਸ਼ ਹੈ ਇਹ ਇਸ ਤਰ੍ਹਾਂ ਜਿਵੇਂ ਸਮਝ ਲਈਏ ਕਿ ਕੁਦਰਤ ਨੇ ਇਹਨਾਂ ਦਾ ਸਾਥ ਦਿੱਤਾ ਤੇ ਬਹੁਤ ਵੱਡਾ ਸੰਘਰਸ਼ ਇਹ, ਜਿਹਦੇ ਕਰਕੇ ਅਮਰੀਕਾ ਦੀ ਸਰਕਾਰ, ਬਰਤਾਨੀਆ ਦੀ ਸਰਕਾਰ, ਕੈਨੇਡਾ ਦੀ ਸਰਕਾਰ, UNO ਦੀ ਸੰਸਥਾ ਨੇ ਹਾਂ ਦੇ ਨਾਅਰੇ ਮਾਰੇ, ਕਿਹਾ ਕਿ ਇਹ ਮੋਦੀ ਸਰਕਾਰ ਨੂੰ ਤੁਰੰਤ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਹੱਲ ਕਰਨੀਆਂ ਚਾਹੀਦੀਆਂ। ਇਸ ਕਰਕੇ ਇਹ ਹੁਣ ਨਾ ਤੇ ਪੰਜਾਬ ਦਾ ਸੰਘਰਸ਼ ਰਿਹਾ, ਨਾ ਇਹ ਭਾਰਤ ਦਾ ਰਿਹਾ, ਇਹ ਵਰਲਡ ਦੇ ਵਿੱਚ ਸਾਰੇ ਪੰਜਾਬੀ ਬੈਠੇ ਆ, ਕਿਸਾਨਾਂ ਦੇ ਪੁੱਤ ਬੈਠੇ ਆ। ਉੱਥੇ ਉਹਨਾਂ ਨੇ ਆਪਣੀ ਸਮਰੱਥਾ ਮੁਤਾਬਕ ਉੱਥੋਂ ਦੇ MPਆਂ ਨੂੰ, ਉੱਥੋਂ ਦੀਆਂ ਸਰਕਾਰਾਂ ਨੂੰ ਝੰਜੋੜਿਆ, ਉਹਨਾਂ ਦਾ ਧਿਆਨ ਇੱਧਰ ਲਿਆਂਦਾ ਤੇ ਉਹਨਾਂ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਹੱਲ ਕਰਨੀ ਚਾਹੀਦੀ ਹੈ। ਨਹੀਂ ਤੇ ਮੋਦੀ ਸੋਚਦਾ ਸੀ ਜਿਵੇਂ ਧਾਰਾ 370 ਇਹਨਾਂ ਨੇ ਰਾਤੇ ਰਾਤ ਰੱਦ ਕਰ ਦਿੱਤੀ, ਉਵੇਂ ਹੀ ਕੋਈ ਬੋਲਦਾ ਨਹੀਂ, ਬਾਬਰੀ ਮਸਜਿਦ ਸੀ ਉੱਥੇ ਮੰਦਿਰ ਬਣਾ ਦਿੱਤਾ। ਇਹ ਚਾਹੁੰਦਾ ਸੀ, ਇਹ ਸੋਚਦਾ ਸੀ ਕਿ ਮੇਰੇ ਮੂਹਰੇ ਕੋਈ ਬੋਲ ਹੀ ਨਹੀਂ ਸਕਦਾ, ਕਿਉਂਕਿ ਜਿਹੜੀ ਭਾਰਤ ਦੀ ਲੋਕ ਸਭਾ ਉਹਦੇ ਵਿੱਚ ਮੇਰੇ ਕੋਲ ਬਹੁਤ ਵੱਡਾ ਬਹੁਮਤ ਹੈ। ਪਰ ਇਹ ਗੱਲ ਇਹ ਬਹੁਮਤ ਦੀ ਨਹੀਂ ਹੈ। ਬਹੁਮਤ ਦਾ ਅਰਥ ਕੀ ਹੁੰਦਾ ਹੈ ਕਿ ਤੁਸੀਂ ਦੇਸ਼ ਦਾ ਵਿਕਾਸ ਕਰੋ, ਕਿਸਾਨਾਂ ਦਾ ਵਿਕਾਸ ਕਰੋ, ਇੱਥੇ ਖੇਤੀ ਦਾ ਵਿਕਾਸ ਕਰੋ, ਹਰ ਬੰਦਾ ਖੁਸ਼ ਰਹੇ। ਨਾਅਰੇ ਤਾਂ ਦਿੰਦੇ ਆ ਪਰ ਚੱਲਦੇ ਇਹਦੇ ਤੋਂ ਉਲਟ ਨੇ। ਸੋ ਉਸ ਬਹੁਮਤ ਦਾ ਆਸਰਾ ਲੈ ਕੇ ਇਹ ਕਿਸਾਨਾਂ ਦੇ ਸੰਘਰਸ਼ ਨੂੰ ਵੀ ਕੁਚਲਣਾ ਚਾਹੁੰਦਾ ਸੀ। ਅੱਜ ਦੀ ਡੇਟ ਤੱਕ ਵੀ ਅਖਬਾਰਾਂ ਵਿੱਚ, ਟੈਲੀਵਿਜ਼ਨ ਤੇ ਲਗਾਤਾਰ ਭਾਰਤ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਜੋ ਮੈਂ ਬਿੱਲ ਪਾਸ ਕੀਤੇ ਆ ਇਹ ਕਿਸਾਨਾਂ ਦੇ ਹਿੱਤ ਵਿੱਚ ਹੈ, ਜਿਹਦੇ ਵਾਸਤੇ ਕੀਤੇ ਆ ਉਹ ਕਹਿੰਦੇ ਨਹੀਂ ਸਾਡੇ ਲਈ ਘਾਤਕ ਹੈ। ਸਿੰਘ ਸਾਹਿਬ ਫਿਰ ਮਸਲਾ ਕਿਵੇਂ ਹੱਲ ਹੋਵੇਗਾ? ਉਹ ਕਹਿ ਰਿਹਾ ਕਿ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਕੀਤੇ ਆ ਔਰ ਕਿਸਾਨ ਕਹਿ ਰਿਹਾ ਕਿ ਸਾਡੇ ਲਈ ਘਾਤਕ। ਦੇਖੋ ਇਹ ਜਿਹੜਾ ਮਸਲਾ ਨਾ, ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਹੱਲ ਹੋ ਜਾਏਗਾ।
ਕੇਵਲ ਭਾਰਤ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਉਹਨੂੰ ਦਬਾਇਆ ਜਾ ਸਕਦਾ ਸੀ। ਅੱਜ ਜੇ ਟੋਰਾਂਟੋ ਵਰਗੇ ਪ੍ਰਧਾਨ ਮੰਤਰੀ ਕਹਿ ਰਹੇ ਨੇ, ਟਰੂਡੋ ਵਰਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਸਾਨੂੰ ਇਹ ਸਮੱਸਿਆ ਹੱਲ ਕਰਨੀ ਚਾਹੀਦੀ ਹੈ। ਲੋਕ ਰਾਜ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਇਹਨਾਂ ਧੱਕਾ ਨਹੀਂ ਵੇਖਿਆ ਕਦੇ ਜਿੰਨਾ ਭਾਰਤ ਸਰਕਾਰ ਕਰ ਰਹੀ ਹੈ। ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਮਿਸਟਰ ਓਬਾਮਾ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਨੂੰ ਇਸ ਵਿਅਕਤੀ ਨਾਲ, ਭਾਰਤ ਦੇ ਪ੍ਰਧਾਨ ਮੰਤਰੀ ਨਾਲ ਇੱਥੋਂ ਤੱਕ ਨਫ਼ਰਤ ਹੋ ਗਈ ਕਿ ਮੈਨੂੰ ਉਸ ਦਿਨ ਤੇ ਵੀ ਅਫਸੋਸ ਹੈ ਕਿ ਮੈਂ ਇਸ ਨੂੰ ਹੱਥ ਹੀ ਕਿਉਂ ਮਿਲਾਇਆ। ਜ਼ਿੰਦਗੀ 'ਚ ਇੱਕੋ ਵਾਰੀ ਮੈਂ ਮੋਦੀ ਨੂੰ ਹੱਥ ਮਿਲਾਇਆ ਤੇ ਉਹਦੇ ਤੇ ਵੀ ਮੈਨੂੰ ਅਫਸੋਸ ਹੈ। ਜਦੋਂ ਹੁਣ UNO ਤੋਂ ਲੈਟਰ ਜਾਰੀ ਹੋ ਗਿਆ ਵੀ ਇੰਨਾ ਸ਼ਾਂਤਮਈ ਸੰਘਰਸ਼, ਇਹ ਲੋਕਾਂ ਨੂੰ ਰਾਹ ਦਿਖਾਵਾ ਸੰਘਰਸ਼ ਹੈ, ਇਹ ਤੁਰੰਤ ਭਾਰਤ ਸਰਕਾਰ ਨੂੰ ਇਹਦੇ 'ਚ ਹੱਲ ਕਰਨ ਵਾਸਤੇ ਕਦਮ ਵਧਾਉਣਾ ਚਾਹੀਦਾ। ਜਦੋਂ ਇੰਨਾ ਚਾਰ ਸਪੇਰੋਂ ਬੋਲਬਾਲਾ ਹੋਵੇ ਤੇ ਇਸ ਨੂੰ ਸਹਿਣ ਕਰਨਾ, ਕਿਉਂਕਿ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ, ਬਰਦਾਸ਼ਤ ਦੀ ਕੋਈ ਹੱਦ ਹੁੰਦੀ ਹੈ। ਇਹ ਕਿੰਨਾ ਕੁ ਚਿਰ ਮਿਸਟਰ ਮੋਦੀ ਇਸ ਗੱਲ ਨੂੰ ਬਰਦਾਸ਼ਤ ਕਰੂਗਾ ਕਿ ਦੁਨੀਆ ਦੇ ਵਿੱਚੋਂ ਇੱਕ ਆਵਾਜ਼ ਉੱਠੇ ਤੇ ਉਹਨੂੰ ਕਿਵੇਂ ਦਬਾਵੇ। ਸੋ ਮੈਨੂੰ ਉਮੀਦ ਹੈ ਕਿ ਇਹ ਮਸਲਾ ਜਿਵੇਂ ਹੁਣ ਸੋਧਾਂ ਤੇ ਆ ਗਏ ਵੀ ਤੁਹਾਡੀਆਂ ਸੋਧਾਂ ਕਰ ਦਿੰਦੇ ਆ, ਭਾਵੇਂ ਕਿਸਾਨ ਸੋਧਾਂ ਕਰਾਉਣ, ਭਾਵੇਂ ਉਹ ਰੱਦ ਕਰਾਉਣ, ਇਹ ਮਸਲਾ ਹੱਲ ਹੋ ਜਾਏਗਾ। ਕਿਉਂਕਿ ਏਡੀ ਵੱਡੀ ਲੋਕ ਰਾਏ ਦੇ ਸਾਹਮਣੇ ਕੋਈ ਵੀ ਸਰਕਾਰ ਜਿੱਦ ਨਹੀਂ ਕਰ ਸਕਦੀ, ਅੜ ਨਹੀਂ ਸਕਦੀ। ਇਹ ਇੱਕ ਮੋਦੀ ਇਹੋ ਜਿਹਾ ਬੰਦਾ ਹੈ ਜਿਹਨੇ ਏਡੀ ਵੱਡੀ ਜਿੱਦ ਕੇ ਫੜੀ ਹੋਈ ਹੈ। ਤੇ ਮੇਰੀ ਤੇ ਅਪੀਲ ਹੈ ਕਿ ਦੇਸ਼ ਹਿੱਤ ਵਾਸਤੇ, ਲੋਕਾਂ ਦੇ ਸੁੱਖ ਸਹੂਲਤਾਂ ਵਾਸਤੇ, ਅਮਨ ਸ਼ਾਂਤੀ ਵਾਸਤੇ ਭਾਰਤ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਗੱਲਾਂ ਮੰਨ ਕੇ, ਬਲਕਿ ਇਹਦੇ ਤੋਂ ਵੀ ਅੱਗੇ ਜੋ ਸਵਾਮੀਨਾਥਨ ਦੀਆਂ ਰਿਪੋਰਟਾਂ ਨੇ, ਇੱਕ ਕਮਿਸ਼ਨ ਬਣਿਆ ਤੇ ਉਹਨੇ ਰਿਪੋਰਟ ਜਾਰੀ ਕੀਤੀ, ਉਹ ਮੰਨ ਕੇ ਵੀ ਤੁਹਾਨੂੰ ਇਹ ਪੈ ਰਿਹਾ, ਤੁਹਾਡੀ ਲਾਗਤ ਖਰਚ ਜ਼ਿਆਦਾ ਹੈ, ਤੁਹਾਨੂੰ ਆਮਦਨ ਘੱਟ ਹੈ, ਕਿਸਾਨਾਂ ਨੂੰ ਹੋਰ ਵੀ ਵੱਧ ਇਹਦੇ ਨਫੇ ਵਾਸਤੇ ਅੱਗੇ ਹੱਥ ਵਧਾਉਣਾ ਚਾਹੀਦਾ ਹੈ। ਜੇ ਉਹ ਕਹਿੰਦਾ ਕਿ ਮੈਂ ਦੇਸ਼ ਦੇ ਵਿਕਾਸ ਵਾਸਤੇ ਸਭ ਕੁਝ ਕਰਨਾ ਹੈ ਤੇ ਸਭ ਤੋਂ ਪਹਿਲਾਂ ਅੰਨਦਾਤਾ ਹੈ, ਸਭ ਤੋਂ ਪਹਿਲਾਂ ਕਿਸਾਨ ਹੈ। ਸੋ ਇਸ ਵਾਸਤੇ ਇਹ ਮਸਲਾ ਭਾਰਤ ਸਰਕਾਰ ਨੂੰ ਤੁਰੰਤ ਹੱਲ ਕਰਨਾ ਚਾਹੀਦਾ। ਸਿੰਘ ਸਾਹਿਬ ਜੀ ਇੱਥੇ ਖੜੇ ਨੇ ਔਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੀ ਇੱਥੇ ਪਹੁੰਚ ਰਹੀਆਂ ਨੇ। ਇੱਧਰ ਬਾਬਾ ਸਵਰਨਜੀਤ ਸਿੰਘ ਵੀ ਮੇਰੇ ਨਾਲ ਖੜੇ ਨੇ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਇੱਧਰ ਮੇਰੇ ਨਾਲ ਖੜੇ ਨੇ। ਆਪਾਂ ਗੱਲਬਾਤ ਕਰਦੇ ਹਾਂ। ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਚਾਹਾਂਗਾ ਜੀ, ਆਏ ਦਿਨ ਕੋਈ ਨਾ ਕੋਈ ਕਿਸਾਨ ਰਸਤੇ ਵਿੱਚ ਆਉਂਦਿਆਂ ਜਾਂ ਇੱਥੇ ਠੰਡ ਦੇ ਨਾਲ ਮੌਤ ਹੋ ਰਹੀ ਹੈ ਔਰ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਵੀ ਮਿਲ ਰਿਹਾ ਹੈ। ਔਰ ਕੱਲ੍ਹ ਦੀ ਗੱਲ ਹੈ ਕਿ ਬਾਬਾ ਰਾਮ ਸਿੰਘ ਜੀ, ਉਹ ਵੀ ਆਪਣੇ ਆਪ ਨੂੰ, ਉਹਨਾਂ ਨੇ ਜਿਵੇਂ ਮਨ ਦੁਖੀ ਸੀ ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਗੋਲੀ। ਤੁਹਾਨੂੰ ਕੀ ਲੱਗਦਾ ਹੈ ਕਿ ਮੋਦੀ ਸਰਕਾਰ ਦੇ ਕੰਨਾਂ ਤੱਕ ਜੂਸ ਸਰਕੇਗੀ ਜੋ ਆਏ ਦਿਨ ਸ਼ਹਾਦਤਾਂ ਹੋ ਰਹੀਆਂ ਨੇ? ਮੈਂ ਸੰਸਾਰ ਦੀਆਂ ਜਿੱਥੇ ਸੰਗਤਾਂ ਨੂੰ ਬੇਨਤੀ ਕਰਦਾ, ਉੱਥੇ ਜੋ ਕਿਸਾਨ ਜਥੇਬੰਦੀਆਂ ਦੇ ਪੰਜਾਬ ਦੇ 32-33 ਆਗੂ ਹਨ ਜਾਂ ਪੂਰੇ ਭਾਰਤ ਦੇ 500-400 ਆਗੂ ਹਨ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਕਿਸਾਨ ਜਿੱਦਾਂ 26 ਤਰੀਕ ਤੋਂ ਲੈ ਕੇ ਮੋਰਚਾ ਦਿੱਲੀ ਵਿੱਚ ਆਰੰਭ ਹੋਇਆ ਆ, ਉਹ ਰਸਤੇ ਵਿੱਚ ਐਕਸੀਡੈਂਟ 'ਚ ਕਿਸੇ ਦੀ ਮੌਤ ਹੁੰਦੀ ਆ, ਜਾਂ ਸੰਤ ਰਾਮ ਸਿੰਘ ਜੀ ਨਾਨਕਸਰ ਵਾਲੇ ਜੋ ਆਪਣੇ ਆਪ ਗੋਲੀ ਮਾਰ ਕੇ, ਉਹਨਾਂ ਦੇ ਮਨ ਵਿੱਚ ਇੱਕ ਦਰਦ ਸੀ ਕਿਸਾਨਾਂ ਬਾਰੇ। ਉਹ ਦਰਦ ਇਹ ਸੀਗਾ, ਕਿਸੇ ਨੇ ਮੈਡਲ ਵਾਪਸ ਕਰਤੇ, ਕਿਸੇ ਨੇ ਸਨਮਾਨਿਤ ਵਾਪਸ ਕਰ ਦਿੱਤਾ, ਪੂਰੇ ਸੰਸਾਰ ਦੇ ਲੋਕਾਂ ਨੇ ਹਾਂ ਦਾ ਨਾਰਾ ਮਾਰਿਆ। ਉਹ ਮਤਲਬ ਕਿਸਾਨਾਂ ਦਾ ਦਰਦ ਨਾ ਸਹਾਰਦਾ ਹੋਇਆ ਆਪਣੇ ਆਪ ਗੋਲੀ ਮਾਰ ਕੇ ਆਪਣੇ ਸਰੀਰ ਨੂੰ ਤਿਆਗ ਗਿਆ। ਮੈਂ ਕਿਸਾਨ ਵੀਰਾਂ ਨੂੰ, ਜਿਹੜੇ ਆਗੂ ਹਨ, ਬੇਨਤੀ ਕਰਦਾ, ਇਹਨਾਂ ਸਾਰਿਆਂ ਨੂੰ ਸ਼ਹੀਦਾਂ ਦਾ ਦਰਜਾ ਦੇ ਕੇ ਵੱਡੇ ਪੱਧਰ ਤੇ ਜਿੱਥੇ 20 ਤਰੀਕ ਨੂੰ ਜਿਹੜੇ ਪਹਿਲੇ ਕਿਸਾਨ ਸ਼ਹੀਦ ਹੋਏ ਹਨ ਉਹਨਾਂ ਵਾਸਤੇ ਮੌਨ ਰੱਖਣਾ ਹੈ ਜਾਂ ਰੱਬ ਦਾ ਨਾਮ ਲੈਣਾ, ਮੂਲ ਮੰਤਰ ਦਾ ਪਾਠ ਕਰਨਾ। ਜਿਹੜੇ ਆ 1-2 ਦਿਨ ਦੇ ਵਿੱਚ ਗੜਸ਼ੰਕਰ ਤਹਿਸੀਲ ਦੇ ਵਿੱਚੋਂ ਇੱਕ ਨੌਜਵਾਨ, ਬਹੁਤ ਵੱਡੇ ਦਰਦ ਦੀ ਗੱਲ ਆ ਕਿ 16 ਸਾਲ ਦਾ ਭੁਜੰਗੀ ਗੁਰਜਿੰਦਰ ਸਿੰਘ ਸਨ ਆਫ ਸੁਰਿੰਦਰ ਸਿੰਘ ਜੋ ਅਮਰੀਕਾ ਦੇ ਵਿੱਚ ਬੈਠਾ ਹੈ, ਮੈਂ ਵਰਲਡ ਦੇ ਕਿਸਾਨ ਵੀਰਾਂ ਨੂੰ, ਜਿਸ ਵੀਰ ਸੁਰਿੰਦਰ ਸਿੰਘ ਦਾ ਪੁੱਤ 16 ਸਾਲ ਦਾ ਇਕੱਲਾ ਹੀ ਬੱਚਾ, ਮਾਪਿਆਂ ਦਾ ਸੀਗਾ, ਇੱਕ ਭੈਣ ਆ ਛੋਟੀ, ਉਹ ਚੜ੍ਹਾਈ ਕਰ ਗਿਆ ਗੜਸ਼ੰਕਰ ਤਹਿਸੀਲ ਦੇ ਵਿੱਚੋਂ, ਤੇ ਸੰਤ ਰਾਮ ਸਿੰਘ ਜੋ ਕੱਲ੍ਹ ਚੜ੍ਹਾਈ ਕਰ ਗਿਆ। ਮੈਂ ਬਤੌਰ ਸੰਤ ਸਮਾਜ ਜਿੰਨੀਆਂ ਵੀ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਉਦਾਸੀ, ਜਿੰਨੇ ਵੀ ਸੰਸਾਰ ਦੇ ਲੋਕ ਹਨ, ਸਭ ਨੂੰ ਬੇਨਤੀ ਕਰਨੀ ਚਾਹੁੰਦਾ, ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਤੇ ਜਿਹੜੀਆਂ ਅਜੇ ਜਥੇਬੰਦੀਆਂ ਨਹੀਂ ਪਹੁੰਚੀਆਂ, ਜਾਂ ਜਿਹੜੇ ਅਜੇ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਉਦਾਸੀ, ਸਾਰਿਆਂ ਨੂੰ ਵੱਡੇ ਪੱਧਰ ਤੇ ਇਹ ਜੋ ਅੰਨਦਾਤਾ ਹੈ,
ਤੇ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ। ਤਿੰਨ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਅੰਨਦਾਤਾ ਹੈ ਉਸ ਅੰਨਦਾਤੇ ਦੇ ਅੱਖਾਂ ਦੇ ਵਿੱਚ ਅਥਰੂ ਨਹੀਂ ਆਉਣਾ ਚਾਹੀਦਾ। ਇਹ ਪ੍ਰਧਾਨ ਮੰਤਰੀ ਨੂੰ ਉਸ ਗੱਲ ਸਮਝਣੀ ਚਾਹੀਦੀ ਹੈ। ਉੱਥੇ ਜਿਹੜੇ ਛੋਟੇ ਵਪਾਰੀ ਹਨ ਉਹ ਜਿਹੜਾ ਅੰਨਦਾਤਾ ਕਮਾਈ ਕਰੂਗਾ, ਵਪਾਰੀ ਆਪਣੀਆਂ ਦੁਕਾਨਾਂ ਤੇ ਰੱਖ ਕੇ ਗਰੀਬ ਲੋਕਾਂ ਨੂੰ ਅਨਾਜ ਵੇਚਣਗੇ। ਉਹਨਾਂ ਛੋਟੇ ਵਪਾਰੀਆਂ ਦੇ ਅੱਖਾਂ ਦੇ ਵਿੱਚ ਵੀ ਅਥਰੂ ਨਹੀਂ ਆਉਣਾ ਚਾਹੀਦਾ। ਤੀਸਰੇ ਨੰਬਰ ਤੇ ਜਿਹੜੇ ਅੰਨਦਾਤਾ ਸਾਡੀਆਂ ਬੀਬੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੀਆਂ ਧੀਆਂ, ਉਹ ਪ੍ਰਸ਼ਾਦਾ ਬਣਾ ਕੇ ਸੰਸਾਰ ਦੇ ਵਿੱਚ ਆਪਣੇ ਪਰਿਵਾਰਾਂ ਜਾਂ ਦੇਸ਼ ਦੀ ਸੇਵਾ ਕਰਦੀਆਂ ਹਨ। ਉਹਨਾਂ ਮਾਵਾਂ ਭੈਣਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਨਹੀਂ ਆਉਣਾ ਚਾਹੀਦਾ। ਅਥਰੂ ਤਾਂ ਹੀ ਨਹੀਂ ਆਊਗਾ ਜੇ ਭਾਰਤ ਦਾ ਪ੍ਰਧਾਨ ਮੰਤਰੀ ਇਹ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਐਲਾਨ ਕਰੇ ਕਿ ਮੈਂ ਜਿਹੜੇ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਕੋਲ ਜਿਹੜੇ ਇਹ ਬਿੱਲ ਪਾਸ ਕਰਵਾਏ ਮੈਂ ਇਹਨਾਂ ਨੂੰ ਰੱਦ ਕਰਦਾ। ਮੇਰੀ ਇਹੀ ਬੇਨਤੀ ਆ ਸੰਸਾਰ ਦੇ ਸੰਗਤਾਂ ਨੂੰ। ਬਹੁਤ ਬਹੁਤ ਤੁਹਾਡਾ ਧੰਨਵਾਦ। ਬਾਬਾ ਸਵਰਨਜੀਤ ਸਿੰਘ ਵੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਇੱਥੇ ਵਿਚਰੇ ਹੋ, ਆ ਕੇ ਦੇਖਿਆ ਇਹ ਹਰਿਆਣੇ ਦੇ ਕਿਸਾਨ ਵੀ ਇੱਥੇ ਆ, ਯੂਪੀ ਤੋਂ ਵੀ ਕਿਸਾਨ ਆਏ ਨੇ। ਜੋ ਪਿੱਛੇ ਆਪਾਂ ਦੇਖਦੇ ਹਾਂ ਕਿ ਜੋ ਇੱਕ ਅਕਸ ਇੱਕ ਸਿੱਖ ਦਾ ਬਣਾਇਆ ਗਿਆ ਸੀ ਸਰਕਾਰਾਂ ਦੇ ਵੱਲੋਂ, ਕੀ ਲੱਗਦਾ ਕਿ ਅੱਜ ਉਹ ਅਕਸ ਬਦਲਿਆ ਹੈ? ਆਪਸੀ ਭਾਈਚਾਰਕ ਸਾਂਝ ਵਧੀ ਹੈ ਇੱਥੇ ਜੀ? ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਜਿੱਥੇ ਸੰਗਤਾਂ ਅੱਜ ਕਿਸਾਨ ਬਚਾਓ ਪੰਜਾਬ ਬਚਾਓ ਮੋਰਚੇ ਦੇ ਵਿੱਚ ਸੇਵਾ ਨਿਭਾ ਰਹੀਆਂ, ਉੱਥੇ ਦੇਸ਼ ਵਿਦੇਸ਼ ਦੀਆਂ ਵੀ ਸਾਰੀਆਂ ਸੰਗਤਾਂ ਔਰ NRI ਵੀਰਾਂ ਨੇ ਕੋਈ ਕਮੀ ਨਹੀਂ ਛੱਡੀ ਇੱਥੇ ਸੇਵਾ ਕਰਨ ਵਾਸਤੇ। ਸੋ ਇੱਥੇ ਆ ਕੇ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਵੱਡੀਆਂ ਵੱਡੀਆਂ ਜਥੇਬੰਦੀਆਂ, ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇੱਥੇ ਮੈਡੀਕਲ ਸਹੂਲਤਾਂ ਸੇਵਾ ਨਿਭਾਈ ਜਾ ਰਹੀ ਹੈ ਬਜ਼ੁਰਗਾਂ ਵਾਸਤੇ, ਜਿੱਥੇ ਵਿਸ਼ਰਾਮ ਘਰ ਔਰ ਉੱਥੇ ਲੰਗਰਾਂ ਦੀਆਂ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ। ਸਿੰਘ ਸਾਹਿਬ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਅਤੇ ਹੋਰ ਵੀ ਸੰਤ ਮਹਾਂਪੁਰਖ ਕਾਰ ਸੇਵਾ ਵਾਲੇ, ਨਿਹੰਗ ਸਿੰਘ, ਸਮੁੱਚੀਆਂ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਉਹ ਸਾਰੇ ਅੱਜ ਜਿਹੜੀ ਸਭ ਤੋਂ ਵੱਡੀ ਦੇਖਣ ਦੀ ਗੱਲ ਇਹ ਹੈ ਕਿ ਅੱਜ ਜਿੱਥੇ ਅਸੀਂ ਸਾਰੇ ਸਿੱਖ ਵੀਰ, ਕਿਸਾਨ ਵੀਰ, ਸਮੁੱਚੀਆਂ ਹੀ ਜਥੇਬੰਦੀਆਂ ਜਿੰਨੀਆਂ ਵੀ ਸਾਡੀਆਂ ਸਿੱਖਾਂ ਦੀਆਂ ਧਾਰਮਿਕ ਜਥੇਬੰਦੀਆਂ ਸਾਰੀਆਂ ਹੀ ਅੱਜ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਸਾਰੇ ਇਕੱਠੇ ਹੋਏ ਹਾਂ। ਔਰ ਜਿੰਨੇ ਹਰਿਆਣੇ ਦੇ ਵੀ ਸਾਡੇ ਕਿਸਾਨ ਵੀਰ ਆ ਉਹ ਵੀ ਅੱਜ ਅਸੀਂ ਦੇਖ ਰਹੇ ਹਾਂ ਕਿ ਉਹ ਸਾਡੇ ਵਿੱਚ ਬੈਠੇ ਆ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਰਸਤਾਂ ਵਸਤਾਂ ਸਾਡੇ ਲੰਗਰਾਂ ਦੇ ਵਿੱਚ ਲਿਆ ਕੇ ਹਾਜ਼ਰ ਵੀ ਕਰਦੇ ਆ। ਆਪ ਵੀ ਉਹਨਾਂ ਨੇ ਲੰਗਰ ਲਾਏ ਆ, ਸਾਡੇ ਲੰਗਰਾਂ ਦੇ ਵਿੱਚੋਂ ਵੀ ਆ ਕੇ ਉਹ ਜਲ ਪਾਣੀ ਛਕਦੇ ਆ ਤੇ ਹੋਰ ਵੀ ਨਾਲ ਆਪਣੀ ਜੋ ਉਹਨਾਂ ਦੀ ਨਿੱਤ ਦੀ ਕਰਮ ਆ। ਜਿਵੇਂ ਸਿੱਖ ਸਾਡੇ ਅੰਮ੍ਰਿਤ ਵੇਲੇ ਉੱਠਦੇ ਆ, ਇੱਥੇ ਥਾਂ ਥਾਂ ਦੇ ਉੱਤੇ ਦੇਖੋ ਸੜਕਾਂ ਦੇ ਉੱਤੇ ਕਿੰਨੀ ਇਹ ਭਾਗਾਂ ਵਾਲੀ ਧਰਤੀ ਬਣ ਗਈ। ਇੱਥੇ ਅੱਜ ਬਾਣੀ ਪੜ੍ਹੀ ਜਾ ਰਹੀ ਹੈ, ਸ੍ਰੀ ਅਖੰਡ ਪਾਠ ਸਾਹਿਬਾਂ ਦੇ ਸਹਿਜ ਪਾਠਾਂ ਦੇ, ਹੋਰ ਕੱਲਾ ਕੱਲਾ ਗੁਰਸਿੱਖ ਕਿੰਨੀ ਇੱਥੇ ਬਾਣੀ ਪੜ੍ਹੀ ਜਾ ਰਹੀ ਹੈ ਔਰ ਕਿੰਨੀਆਂ ਅਰਦਾਸਾਂ ਇੱਥੇ ਹੋ ਰਹੀਆਂ। ਔਰ ਜਿਹੜੇ ਹੋਰ ਸਾਡੇ ਹਿੰਦੂ ਵੀਰ ਆ ਉਹਨਾਂ ਦਾ ਵੀ ਅਸੀਂ ਆਪਣੇ ਨਾਲ ਦੇਖਿਆ ਕਿ ਉਹ ਵੀ ਸਾਡੇ ਨੇੜੇ ਬੈਠ ਕੇ ਕੋਈ ਹਵਨ ਕਰ ਰਿਹਾ, ਸੋ ਕੋਈ ਆਪਣੇ ਅਰਦਾਸਾਂ ਕਰ ਰਿਹਾ। ਸੋ ਆਪਣੀਆਂ ਜਿੱਥੇ ਬਾਕੀ ਦੀਆਂ ਵੀ ਉਹ ਸਮਾਜਿਕ ਰੀਤੀਆਂ ਸਾਰੀਆਂ ਨਿਭਾ ਰਹੇ ਆ ਔਰ ਉੱਥੇ ਉਹ ਲੰਗਰਾਂ ਦੇ ਵਿੱਚ ਵੀ ਵੱਡੀ ਸੇਵਾ ਕਰ ਰਹੇ ਆ ਔਰ ਰਸਤਾਂ ਵਸਤਾਂ ਦੀ ਵੀ ਵੱਡੀ, ਦੁੱਧ ਦੀ ਬੜੀ ਵੱਡੀ ਸੇਵਾ ਕਰ ਰਹੇ ਆ। ਔਰ ਇਹ ਇੱਕ ਬਹੁਤ ਵੱਡਾ ਪਿਆਰ ਜਿਹੜਾ ਕਿ ਸਰਕਾਰਾਂ ਕਦੇ ਨਹੀਂ ਸੀ ਕਰ ਸਕਦੀਆਂ। ਇਹ ਗੁਰੂ ਸਾਹਿਬ ਨੇ ਕੋਈ ਕਿਰਪਾ ਕੀਤੀ ਹੈ ਕਿ ਅੱਜ ਸਾਰੇ ਅਸੀਂ ਪੰਜਾਬ ਦੇ, ਹਰਿਆਣੇ ਦੇ ਜਾਂ ਜਿੰਨੀਆਂ ਵੀ ਸਾਰੀਆਂ ਜਥੇਬੰਦੀਆਂ ਕਹਿ ਲਓ ਜਾਂ ਜਿਹਦਾ ਵੀ ਅੱਜ ਮਨ ਮੁਟਾਵ ਸੀ, ਇੱਥੇ ਆ ਕੇ ਦੇਖਿਆ ਕਿਸੇ ਦੇ ਮਨ 'ਚ ਕੋਈ ਫਰਕ ਨਹੀਂ। ਸੇਵਾ ਲਈ ਕੋਈ ਇੱਕ ਜਾਣਾ ਇੱਥੇ ਲੱਗਦਾ, ਜਿਵੇਂ ਸਿੰਘ ਸਾਹਿਬ ਜੀ ਨੇ ਦੇਖਿਆ ਕਿ ਇੱਥੇ ਰਸਤੇ ਦੇ ਵਿੱਚ ਪਾਣੀ ਖੜਾ, ਸੋ ਸੰਗਤ ਨੂੰ ਬੜੀ ਤਕਲੀਫ ਆ ਰਹੀ ਹੈ। ਸੋ ਜਿੱਥੇ ਆਪ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਵਿੱਚ ਹੀ ਸਾਡੇ ਪੰਜਾਬ ਦੇ, ਹਰਿਆਣੇ ਦੇ ਸਾਰੇ ਸੇਵਾਦਾਰ ਫਟਾਫਟ ਲੱਗ ਗਏ, ਕਹਿੰਦੇ ਸਾਨੂੰ ਸੇਵਾ ਦੱਸੋ। ਸੋ ਉਹਨਾਂ ਦੇ ਮਨ 'ਚ ਚਾਅ ਬੜਾ ਕਿ ਪੰਜਾਬ ਤੋਂ ਜਿਹੜੇ ਸਾਡੇ ਸਾਰੇ ਕਿਸਾਨ ਵੀਰ ਉਹ ਅੱਜ ਸਾਡੀ ਸਾਰੀ ਦੁਨੀਆ ਦੀ ਆ ਜਿਹੜੇ ਕਿਸਾਨ ਆ, ਦੁਨੀਆ ਦੀ ਜ਼ਮੀਨ ਬਚਾਉਣ ਵਾਸਤੇ, ਅੱਜ ਕੁਰਬਾਨੀ ਕਰਨ ਵਾਸਤੇ ਅੱਜ ਉਹ ਸਾਡੇ ਸਾਰੇ ਬਜ਼ੁਰਗ ਭੈਣਾਂ ਮਾਤਾਵਾਂ ਸਾਰੀਆਂ ਅੱਜ ਸੜਕਾਂ ਦੇ ਉੱਤੇ ਬੈਠੀਆਂ। ਸੋ ਇਹ ਵਾਹਿਗੁਰੂ ਦੀ ਕਿਰਪਾ ਆ। ਨਹੀਂ ਤਾਂ ਦੇਖਦੇ ਹਾਂ ਆਪਾਂ ਹੋਲੇ ਮਹੱਲੇ ਦੇ ਉੱਤੇ ਕਿ ਕਿੰਨੀ ਪੂਰੇ ਪੰਜਾਬ ਭਰ ਚੋਂ ਸਾਰੀ ਫੋਰਸ ਲਾ ਕੇ ਫਿਰ ਕੰਟਰੋਲ ਕੀਤਾ ਜਾਂਦਾ ਸੰਗਤ ਦਾ। ਇੱਥੇ ਦੇਖੋ ਵਾਹਿਗੁਰੂ ਦਾ ਆਪਣਾ ਹੀ ਕੰਟਰੋਲ ਹੈ। ਇੱਥੇ ਕਿਸੇ ਕੋਈ ਪੁਲਿਸ ਦਾ, ਕਿਸੇ ਅਫਸਰ ਦਾ ਕੋਈ ਕੰਟਰੋਲ ਨਹੀਂ। 15 ਕਿਲੋਮੀਟਰ ਦੇ ਵਿੱਚ ਤੁਹਾਨੂੰ ਕੋਈ ਮੁਲਾਜ਼ਮ ਨਹੀਂ ਦਿਸਣਗੇ, ਕੋਈ ਕਿਸੇ ਨੂੰ ਦਬਕਾ ਮਾਰਦਾ ਨਹੀਂ ਦਿਸੂਗਾ। ਕੱਲੇ ਕੱਲੇ ਨੂੰ ਹੱਥ ਜੋੜ ਕੇ ਇੱਥੋਂ ਤੱਕ ਸੇਵਾਦਾਰ ਜਿਹੜੇ ਉਹ ਜੂਠੇ ਬਰਤਨ ਜਾਂ ਕਿਤੇ ਗਲਾਸ, ਕਿਤੇ ਚਮਚੇ, ਕਿਤੇ ਜਾਂ ਆ ਜਿਹੜੀਆਂ ਪਲੇਟਾਂ ਜਿਹੜੀਆਂ ਜੋ ਅਨਬ੍ਰੇਕੇਬਲ ਆ ਜਾਂ ਕੋਈ ਬੋਤਲਾਂ ਸ਼ੀਸ਼ੀਆਂ, ਉਹ ਵੀ ਸਾਡੇ ਨੌਜਵਾਨ ਨਾਲ ਦੀ ਨਾਲ ਸਫਾਈ ਕਰ ਰਹੇ ਆ। ਇਹ ਬੜੀ ਵੱਡੀ ਸੇਵਾ ਔਰ ਇੱਥੋਂ ਬਹੁਤ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ।
ਔਰ ਬੜਿਆਂ ਨੇ ਇੱਥੇ ਆ ਕੇ ਪਿਆਰ ਤੇ ਸਹਿਣਸ਼ੀਲਤਾ, ਭਾਵੇਂ ਅੱਜ ਸਾਡੇ ਨੇੜੇ ਹੀ ਹੋਰ ਵੀ ਭਾਈਚਾਰੇ ਵਾਲੇ ਭਾਵੇਂ ਹੁੱਕਾ ਵੀ ਪੀ ਰਹੇ ਆ, ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ। ਸਿੱਖਾਂ ਦੀ ਬੜੀ ਵੱਡੀ ਫਰਾਕ ਦਿਲੀ ਆ ਕਿ ਸਾਰਿਆਂ ਨੂੰ ਪਿਆਰ ਨਾਲ ਗਲਵੱਕੜੀ ਦੇ ਨਾਲ ਲੈ ਕੇ ਸਾਰਿਆਂ ਦੇ ਵਿੱਚ ਜੋ ਅੱਜ ਏਕਤਾ ਦੇਖਣ ਨੂੰ ਇੱਕ ਕਿਸਮ ਦਾ ਇੱਥੇ ਸੱਚਖੰਡ ਵਰਤ ਰਿਹਾ, ਇਹ ਸਭ ਗੁਰੂ ਸਾਹਿਬ ਦੀ ਕਿਰਪਾ ਹੈ। ਸੱਚੇ ਪਾਤਸ਼ਾਹ ਇਦਾਂ ਹੀ ਸਾਰਿਆਂ ਦੇ ਵਿੱਚ ਸਾਡੇ ਸਾਰਿਆਂ 'ਚ ਮੇਲ ਮਿਲਾਪ ਤੇ ਪਿਆਰ ਬਣਾਈ ਰੱਖੇ। ਅਸੀਂ ਸਾਰਿਆਂ ਦੇ ਵਿੱਚ ਵੱਡੇ ਦਿਲ ਨਾਲ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਫਲਸਫਾ ਬਖਸ਼ਿਸ਼ ਕੀਤਾ, ਜੋ ਕਿ ਸਾਰਿਆਂ ਨੂੰ ਹੋਏ ਇਕੱਤਰ ਮਿਲੋ ਮੇਰੇ ਭਾਈ ਦੀ ਸਾਨੂੰ ਸਾਰਿਆਂ ਨੂੰ ਜੋ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ, ਉਹਦੇ ਮੁਤਾਬਕ ਅਸੀਂ ਸਾਰੇ ਜਾਣੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਇਕੱਠੇ ਹੋ ਕੇ ਸੇਵਾ ਨਿਭਾਉਂਦੇ ਰਹੀਏ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇੰਟਰਨੈਸ਼ਨਲ ਪੰਥਕ ਦਲ ਦੇ ਜੋ ਕਾਰਜ ਹੈ ਉਹ ਅਸੀਂ ਤੁਹਾਨੂੰ ਦੱਸਿਆ ਕਿ ਇੱਥੇ ਜੋ ਮੈਡੀਕਲ ਕੈਂਪ ਲੱਗਾ ਹੋਇਆ ਹੈ, ਵਿਸ਼ਰਾਮ ਘਰ ਬਣਿਆ ਹੋਇਆ ਹੈ ਔਰ ਨਾਲ ਦੀ ਨਾਲ ਅਨੇਕਾਂ ਹੀ ਸਹੂਲਤਾਂ ਦੇ ਨਾਲ ਲੈਸ ਇਹਨਾਂ ਦੇ ਇੱਥੇ ਲੰਗਰ ਵੀ ਚੱਲ ਰਿਹਾ ਹੈ। ਸੋ ਅਸੀਂ ਵੱਖਰੀਆਂ ਜਥੇਬੰਦੀਆਂ ਜੋ ਇੱਥੇ ਪਹੁੰਚੀਆਂ ਉਹਨਾਂ ਨਾਲ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।